अस्सलाम वालेकुम जी। वालेकुम सलाम। बॉस जी सैला जी वाली मकई की होंदी ਤਿਆਰ ਕਿਵੇਂ ਕਰੀਗੀ? ਵਾਹ ਬੇ ਵਾਹ, ਬੜਾ ਸੋਹਣਾ ਸਵਾਲ ਹੈ। ਤੇ ਮੈਨੂੰ ਉਮੀਦ ਹੈ ਕਿ ਅੱਜ ਦੇ ਨਾ ਇਸ ਜਵਾਬ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਦੇਣ ਲੱਗਾ, ਉਮੀਦ ਬੜੀ ਹੈ ਕਿ ਇੱਕ ਤਾਂ ਤੁਸੀਂ ਨਾ ਕੰਪਨੀਆਂ ਦੇ ਧੋਖੇ 'ਚ ਵੀ ਨਹੀਂ ਆਵੋਗੇ, ਔਰ ਦੂਸਰੀ ਗੱਲ ਇਹ ਆ ਕਿ ਇਨਸ਼ਾਅੱਲਾ ਤਾਲਾ ਤੁਸੀਂ ਪੈਦਾਵਾਰ ਵੀ 1000 ਮਣ ਤੱਕ ਮਕਈ ਦੀ ਲੈਣ ਦੇ ਕਾਬਲ ਹੋ ਜਾਵੋਗੇ। ਲੇਕਿਨ ਇਹਨਾਂ ਗੱਲਾਂ ਨੂੰ ਤੁਸੀਂ ਸੁਣਨਾ ਬੜੇ ਹੀ ਗੌਰ ਦੇ ਨਾਲ ਹੈ, ਇੰਨੇ ਗੌਰ ਨਾਲ ਔਰ ਸਿਰਫ ਸੁਣਨਾ ਚੀਜ਼ਾਂ ਨੂੰ ਇਹ ਨਹੀਂ ਹੁੰਦਾ, ਕਾਫੀ ਨਹੀਂ ਹੁੰਦਾ। ਚੀਜ਼ਾਂ ਦੇ ਉੱਤੇ ਜਿੰਨੀ ਦੇਰ ਅਮਲ ਨਾ ਕਰੀਏ, ਗੱਲਾਂ ਤੇ ਅਮਲ ਨਾ ਕਰੀਏ, ਉਨੀ ਦੇਰ ਤੱਕ ਕੋਈ ਫਾਇਦਾ ਨਹੀਂ। ਤੇ ਮੈਂ ਚਾਹਣਾ ਕਿ ਤੁਸੀਂ ਅਮਲ ਕਰੋ ਤੇ ਫਾਇਦਾ ਹਾਸਲ ਕਰੋ, ਤਾਂ ਕਿ ਅੱਲਾਹ ਤਾਲਾ ਇਸ ਜ਼ਾਤ ਜਿਹੜੀ ਨਾ ਮੈਨੂੰ ਇਸ ਗੱਲ ਦਾ ਸਿਲਾ ਦੇਵੇ। ਇਨਸਾਨ ਤੇ ਕੋਈ ਸਿਲਾ ਦੇ ਹੀ ਨਹੀਂ ਸਕਦਾ। ਹੁਣ ਗੱਲ ਇਹ ਆ ਕਿ ਸਭ ਤੋਂ ਪਹਿਲਾ ਸਵਾਲ ਹੈ ਕਿ ਸਾਇਲੇਜ ਵਾਲੀ ਮਕਈ ਹੁੰਦੀ ਕੀ ਹੈ? ਸਾਇਲੇਜ ਵਾਲੀ ਮਕਈ ਉਹੋ ਹੀ ਮਕਈ ਹੁੰਦੀ ਹੈ, ਸਿਰਫ ਉਸ ਮਕਈ ਦੇ ਵਿੱਚ ਸਾਇਲੇਜ ਵਾਲਾ ਜਿਹੜਾ ਬੀਜ ਸਪੈਸੀਫਿਕ ਬੀਜ ਹੁੰਦਾ ਹੈ ਨਾ, ਉਹਦੇ ਵਿੱਚ ਸਿਰਫ ਥੋੜੀ ਜਿਹੀ ਕੱਦ ਕਰਨ ਦੀ, ਜ਼ਿਆਦਾ ਕੱਦ ਕਰਨ ਦੀ ਸਲਾਹੀਅਤ ਕੰਪਨੀ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਔਰ ਕਈ ਜਗਾੜੀਏ ਜਿਹੜੇ ਨਾ ਸਾਹੀਵਾਲ ਵਾਲੇ ਤੇ ਅਗਲੇ ਪਿਛਲੇ ਬੀ ਬਣਾ ਕੇ ਜਿਹੜੇ ਘਰ ਵੇਚਦੇ ਨੇ ਜ਼ਿਮੀਦਾਰ ਨੂੰ, ਇਹਨਾਂ ਦੀ ਜਿਹੜੀ ਹੁੰਦੀ ਨਾ ਕੱਦ 12-12 ਫੁੱਟ ਕਰ ਜਾਂਦੀ ਤੇ ਦਾਣਾ ਕੋਈ ਵੀ ਨਹੀਂ ਹੁੰਦਾ। ਪਹਿਲੀ ਗੱਲ ਸਾਇਲੇਜ ਤੇ ਮੈਂ ਇੱਕ ਅਲੱਗਾ ਪ੍ਰੋਗਰਾਮ ਬਣਾਵਾਂਗਾ। ਬਹਰਹਾਲ ਸਾਇਲੇਜ ਜਿਹੜਾ ਹੁੰਦਾ ਨਾ, ਅੱਛਾ ਸਾਇਲੇਜ ਕੀ ਹੁੰਦਾ ਉਹਦੀ ਮੈਂ ਤੁਹਾਨੂੰ ਇੱਕ ਮਿਸਾਲ ਛੋਟੀ ਜਿਹੀ ਦੇ ਦੇਣਾ। ਅੱਛਾ ਸਾਇਲੇਜ ਉਹ ਸਾਇਲੇਜ ਹੁੰਦਾ ਜਿੰਦੇ ਵਿੱਚ ਮਕਈ ਦੇ ਦਾਣੇ ਦੀ ਤਾਦਾਦ ਵੀ ਅੱਛੀ ਹੋਵੇ, ਯਾਨੀ ਉਹਦੀ ਨਿਊਟ੍ਰੀਐਂਟ ਦੀ ਜਿਹੜੀ ਅਜਜ਼ਾ ਨੇ, ਜਿਹੜੀ ਖੁਰਾਕ ਹੈ ਉਹ ਵੀ ਪੂਰੀ ਹੋਵੇ, ਔਰ ਨਾਲ ਨਾਲ ਸਾਡੇ ਕੋਲ ਪੌਦੇ ਦਾ ਵਜ਼ਨ, ਝਾੜ, ਪੌਦੇ ਦੀ ਖੁਰਾਕ ਯਾਨੀ ਉਹ ਵੀ ਜ਼ਿਆਦਾ ਹੋਵੇ। ਯਾਨੀ ਸਾਡੇ ਕੋਲ ਜਿਹੜਾ ਖੁਰਾਕ ਦੇ ਤੌਰ ਤੇ ਮਾਦਾ ਇਸਤੇਮਾਲ ਹੋ ਰਿਹਾ, ਚਾਰਾ, ਉਹ ਵੀ ਜ਼ਿਆਦਾ ਹੋਵੇ ਤੇ ਦਾਣਾ ਜਿਹੜਾ ਉਹ ਵੀ ਜ਼ਿਆਦਾ ਹੋਵੇ। ਹੁਣ ਗੱਲ ਇਹ ਆ ਕਿ ਜਦੋਂ ਅਸੀਂ ਕੋਈ ਮਕਈ ਪਕਾਵੀਂ ਤਿਆਰ ਕਰਨੇ ਆ, ਪਕਾ ਕੇ ਦਾਣਾ ਕੱਢ ਕੇ ਤੇ ਉਹਨੂੰ ਵੇਚਣ ਲਈ ਤਿਆਰ ਕਰੀਦਾ, ਉਹਦੀ ਤਿਆਰੀ 'ਚ ਤਿੰਨ ਦੀ ਤਿਆਰੀ 3-4 ਬਸ ਫਰਕ ਨੇ, ਉਹ ਮੈਂ ਤੁਹਾਨੂੰ ਦੱਸ ਦੇਣੇ ਨੇ। ਉਹਦੇ ਵਿੱਚ ਅਸੀਂ ਸਾਡੀ ਕੰਸਨਟ੍ਰੇਸ਼ਨ, ਸਾਡਾ ਧਿਆਨ, ਸਾਡਾ ਸਾਰਾ ਦਿਮਾਗ ਹੁੰਦਾ ਛੱਲੀ ਦੇ ਸਾਈਜ਼ ਦੇ ਉੱਤੇ, ਕਿ ਛੱਲੀ ਦਾ ਸਾਈਜ਼ ਵੱਡਾ ਹੋਵੇ, ਟਾਂਡਾ ਬੇਸ਼ੱਕ ਛੋਟਾ ਹੋਵੇ, ਠੀਕ ਹੈ ਨਾ। ਜਦੋਂ ਅਸੀਂ ਸਾਇਲੇਜ ਵਾਲਾ ਆ ਜਾਂਦੇ ਆ, ਉਹਦੇ ਵਿੱਚ ਸਾਡੀ ਖਾਹਿਸ਼ ਹੁੰਦੀ ਹੈ ਕਿ ਛੱਲੀ ਵੀ ਅੱਛੀ ਹੋਵੇ, ਠੀਕ ਹੈ, ਲੇਕਿਨ ਇਹ ਆ ਕਿ ਸਾਡਾ ਟਾਂਡਾ ਜਿਹੜਾ ਨਾ, ਉਹਦਾ ਵਜ਼ਨ ਅਗਰ ਪਕਾਵੀਂ ਦੇ ਵਿੱਚ ਮਿਸਾਲ ਦੇ ਤੌਰ ਤੇ 6 ਕਿਲੋ ਹੈ, ਤੇ ਸਾਡਾ ਜਿਹੜੀ ਸਾਇਲੇਜ ਵਾਲੀ ਮਕਈ ਉਹਦੇ ਵਿੱਚ 7 ਕਿਲੋ ਜਾਂ 8 ਕਿਲੋ ਜਾਂ 9 ਕਿਲੋ ਸਾਨੂੰ ਮਿਲੇ, ਔਰ ਉਹ ਅਸੀਂ ਕਿਵੇਂ ਲੈਣਾ ਹੈ? ਗੱਲ ਇਹ ਆ, ਪਹਿਲਾ ਜਿਹੜਾ ਇਹਦੇ ਤੋਂ ਸਵਾਲ ਮੈਂ ਤੁਹਾਨੂੰ ਦੱਸਿਆ, ਜਵਾਬ ਜਿੰਦਾ ਦਿੱਤਾ ਉਹ ਇਹ ਆ ਕਿ ਬੀਜ ਦੇ ਉੱਤੇ ਮੈਂ ਇੱਕ ਅਲੱਗਾ ਪ੍ਰੋਗਰਾਮ ਰਿਕਾਰਡ ਕਰਾਂਗਾ ਕਿ ਸਾਇਲੇਜ ਲਈ ਬੀਜ ਕਿਹੜਾ ਸੂਟੇਬਲ ਹੈ। ਫਿਲਹਾਲ ਤੁਸੀਂ ਇਹ ਹੀ ਸਮਝੋ ਕਿ ਸਾਰੇ ਬੀਜ ਹੀ ਸਾਇਲੇਜ ਵਾਲੇ ਬੀਜ ਹੁੰਦੇ ਨੇ। ਦੋ ਕੰਪਨੀਆਂ ਪਾਕਿਸਤਾਨ 'ਚ ਬਹੁਤ ਅੱਛਾ ਕੰਮ ਕਰ ਰਹੀਆਂ, ਮੌਨਸੈਂਟੋ ਔਰ ਪਾਇਨੀਅਰ। ਪਹਿਲੇ ਉਹਨਾਂ ਨੂੰ ਸਲੂਟ ਹੈ। ਇਹਨਾਂ ਦੇ ਬੀਜ ਜਿਹੜੇ ਨਾ ਸਾਇਲੇਜ ਲਈ, ਪਕਾਵੀਂ ਲਈ, ਜਦੋਂ ਵੀ ਮਕਈ ਦੀ ਕਾਸ਼ਤ ਕਰੋ, ਇਹਨਾਂ ਦੇ ਬੀਜ ਕਾਸ਼ਤ ਕਰੋ। ਸਿੰਜੈਂਟਾ ਵੀ ਬਹੁਤ ਅੱਛਾ ਕੰਮ ਕਰ ਰਹੀ, ਸੋਹਣੀ ਧਰਤੀ ਵੀ ਕਿਸੇ ਹੱਦ ਤੱਕ ਅੱਛਾ ਕੰਮ ਕਰ ਰਹੀ ਹੈ। ਬਹਰਹਾਲ ਇਹ ਆ ਕਿ ਲੋਕਲ ਕੰਪਨੀ ਜਿਹੜੀ ਫਿਲਹਾਲ ਤੱਕ ਦੋਵਾਂ ਮੁਹਾਜ਼ਾਂ ਦੇ ਉੱਤੇ ਫੇਲ ਹੋ ਚੁੱਕੀ ਹੈ, ਠੀਕ ਹੈ ਨਾ। ਬਹਰਹਾਲ ਅਸੀਂ ਦੁਆ ਕਰਾਂਗੇ, ਅਸੀਂ ਖਾਹਿਸ਼ ਕਰਾਂਗੇ ਕਿ ਲੋਕਲ ਕੰਪਨੀਆਂ ਸਾਡੀਆਂ ਉੱਤੇ ਆਣ, ਤਾਂ ਕਿ ਜਿਹੜਾ ਨਾ ਸਾਡੇ ਮੁਲਕ ਨੂੰ ਫਾਇਦਾ ਹੋਵੇ। ਹੁਣ ਫਿਲਹਾਲ ਅਸੀਂ ਗੱਲ ਕਰਨ ਲੱਗੇ ਹਾਂ ਸਾਇਲੇਜ ਦੀ। ਸਾਇਲੇਜ ਦੇ ਵਿੱਚ ਕਿਉਂਕਿ ਸਾਡਾ ਧਿਆਨ ਹੁੰਦਾ ਕੱਦ ਦੇ ਉੱਤੇ, ਸਾਇਲੇਜ ਦੇ ਵਿੱਚ ਇਹ ਗੱਲ ਜ਼ਿਹਨ ਚੋਂ ਕੱਢ ਦਿਓ ਕਿ ਸਾਇਲੇਜ 'ਚ ਮਕਈ ਤਿਆਰ ਕਰਨ ਲਈ ਸਾਨੂੰ ਘੱਟ ਖਰਚਾ ਕਰਨਾ ਪਏਗਾ। ਇਹ ਗੱਲ ਪਹਿਲੇ ਜ਼ਿਹਨ ਚੋਂ ਕੱਢ ਦਿਓ। ਲੇਕਿਨ ਸਾਇਲੇਜ ਵਾਲੀ ਮਕਈ ਦੇ ਉੱਤੇ ਖਰਚਾ ਸਾਨੂੰ ਪਕਾਵੀਂ ਮਕਈ ਨਾਲੋਂ ਜ਼ਿਆਦਾ ਕਰਨਾ ਪਏਗਾ, ਲੇਕਿਨ ਉਹਦੀ ਤਰਤੀਬ ਅਸੀਂ ਬਦਲਾਂਗੇ। ਕੁਝ ਚੀਜ਼ਾਂ ਪਕਾਵੀਂ ਮਕਈ ਨੂੰ ਅਸੀਂ ਜ਼ਿਆਦਾ ਪਾਵਾਂਗੇ, ਇਹਨੂੰ ਘੱਟ ਪਾਵਾਂਗੇ। ਕੁਝ ਚੀਜ਼ਾਂ ਉਹਨੂੰ ਅਸੀਂ ਘੱਟ ਪਾਵਾਂਗੇ, ਇਹਨੂੰ ਜ਼ਿਆਦਾ ਪਾਵਾਂਗੇ। ਪਕਾਵੀਂ ਮਕਈ ਨੂੰ ਜਿਹੜਾ ਨਾ ਅਸੀਂ ਯੂਰੀਆ 4 ਬੋਰੀ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨੇ ਆ, ਠੀਕ ਹੈ ਨਾ। ਅਗਰ ਕੱਚੀ ਜ਼ਮੀਨ ਹੋਵੇ ਤਾਂ 5 ਕਰ ਲਈਦੀਆਂ। ਉਹਦੀ ਪਾਣੀ ਦੀ ਤਰਤੀਬ ਹੋਰ ਹੁੰਦੀ ਏ। ਉਹਦੇ ਵਿੱਚ ਪਕਾਵੀਂ ਮਕਈ ਦੇ ਵਿੱਚ ਜਿਹੜਾ ਜ਼ਿੰਕ, ਪੋਟਾਸ਼, ਸਲਫਰ, ਇਹਨਾਂ ਚੀਜ਼ਾਂ ਦੇ ਇਸਤੇਮਾਲ ਦਾ ਤਰੀਕਾ ਹੋਰ ਹੁੰਦਾ ਹੈ। ਸਾਇਲੇਜ ਦੇ ਵਿੱਚ ਜ਼ਿੰਕ, ਪੋਟਾਸ਼, ਸਲਫਰ, ਉਹਦਾ ਪਾਣੀ ਦਾ ਤਰੀਕਾ ਹੋਰ ਹੁੰਦਾ ਹੈ। ਸਾਇਲੇਜ ਵਾਲੇ ਬੀਜ 19-20 ਦਾ ਫਰਕ ਹੁੰਦਾ, ਲੇਕਿਨ ਹਰ ਬੀਜ ਸਾਇਲੇਜ ਦੇ ਤੌਰ ਤੇ ਕੰਮ ਆ ਸਕਦਾ ਹੈ। ਇਹੀ ਬੀਜ ਅਗਰ ਅਸੀਂ ਇੱਕੋ ਹੀ ਬੀਜ ਅਗਰ ਅਸੀਂ ਪਕਾਵੀਂ ਦੇ ਤੌਰ ਤੇ ਤਿਆਰ ਕਰੀਏ ਤੇ ਅਸੀਂ ਉਹਦਾ ਕੱਦ 7 ਫੁੱਟ ਤੋਂ ਉੱਤੇ ਨਹੀਂ ਜਾਣ ਦੇਣਾ। 7 ਫੁੱਟ ਦੇ ਉੱਤੇ ਮੈਕਸਿਮਮ ਪੈਦਾਵਾਰ ਦਿੰਦੀ ਹੈ ਮੱਕੀ ਦੀ ਫਸਲ। ਔਰ ਅਗਰ ਅਸੀਂ ਸਾਇਲੇਜ ਵੱਲ ਚਲੇ ਜਾਈਏ ਤੇ ਉਹਦਾ ਕੱਦ ਅਸੀਂ 10-11 ਫੁੱਟ ਤੇ ਲੈ ਕੇ ਜਾਣਾ ਹੈ, ਕਿਉਂਕਿ ਅਸੀਂ ਉਹਦੇ ਤੋਂ 1000 ਮਣ ਪੈਦਾਵਾਰ ਲੈਣੀ ਹੈ ਪੌਦੇ ਦੀ, ਯਾਨੀ ਚਾਰੇ ਦੀ। ਤੇ ਪਕਾਵੀਂ ਮਕਈ 'ਚ ਅਸੀਂ ਜਿਹੜੀ ਨਾ 250 ਮਣ 150 ਤੋਂ ਉੱਤੇ ਅਸੀਂ ਪੈਦਾਵਾਰ ਲੈਣੀ ਹੈ। ਉਹਦੇ ਵਿੱਚ ਚਾਰਾ ਸਾਡੇ ਲਈ ਅਹਿਮੀਅਤ ਨਹੀਂ ਰੱਖਦਾ, ਉਹਦੇ ਵਿੱਚ ਅਸੀਂ ਤਰੀਕਾ ਹੋਰ ਰੱਖਣਾ ਹੈ। ਉਹ ਹੁਣ ਤਰੀਕਾ ਪਹਿਲੇ ਫਰਕ ਵੇਖੋ। ਇਹ ਇੱਕ ਮਕਈ ਏ, ਇਹ ਪਕਾਵੀਂ ਮਕਈ ਏ, ਸਮਝੋ ਉਸ ਹਿਸਾਬ ਨਾਲ ਤਿਆਰ ਹੋਈ ਹੈ। ਬਾਹਰ ਵਾਲੀ ਖੇਲ ਬਾਅਦ 'ਚ ਲੇਟ ਲੱਗੀ ਏ, ਖਾਲਾ ਬਣਿਆ ਸੀ ਬਾਅਦ 'ਚ ਲੱਗੀ ਏ। ਅੰਦਰਲੀ ਖੇਲ ਪੁੱਤਰ ਵਹਾ, ਠੀਕ ਹੈ। ਉਹਦੀ ਰੰਗਤ ਤੇ ਉਹਦਾ ਹਾਈਟ ਵੇਖ ਲਵੋ, ਜ਼ਰਾ ਗੌਰ ਨਾਲ ਵੇਖ ਲਵੋ। ਹੁਣ ਦੂਸਰੀ ਸਾਈਡ ਉੱਤੇ ਵਹਾ, ਉੱਤੋਂ ਦੀ, ਠੀਕ ਹੈ, ਉੱਤੇ ਇੱਥੇ। ਹੁਣ ਦੂਸਰੀ ਸਾਈਡ ਤੇ ਆ ਜਾਓ, ਇੱਧਰ ਆ, ਇਹ ਸਾਈਡ ਵਹਾ ਇੱਕ ਦਫਾ ਜ਼ਰਾ ਜਲਦੀ ਪੁੱਤਰ, ਜਲਦੀ, ਟਾਈਮ ਥੋੜਾ। ਇਹ ਸਾਈਡ ਵਹਾ, ਇਹ ਸਾਈਡ ਜਿਹੜੀ ਨਾ ਸਾਰੀ ਵੇਖ ਲਵੋ। ਉੱਤੇ ਵੇਖੋ, ਉੱਤੋਂ ਕੱਦ ਇਸ ਮਕਈ ਦਾ ਵੇਖੋ। ਇਹ ਮਕਈ ਨਾ ਹੁਣ ਪਿੱਛੇ ਹਟ ਜਾਓ। ਇਹ ਮਕਈ ਮੈਂ ਤੁਹਾਨੂੰ ਗਰੰਟੀ ਨਾਲ ਇਹ ਗੱਲ ਆਣਾ ਕਿ ਇਹ ਜਿਹੜੀ ਮਕਈ ਹੈ ਨਾ, ਜਿੰਦਾ ਕੱਦ ਥੋੜਾ, ਇਹ ਮਕਈ ਇਹਦੇ ਤੋਂ ਤਕਰੀਬਨ 10 ਦਿਨ ਲੇਟ ਲੱਗੀ ਹੈ, ਠੀਕ ਹੈ ਨਾ। ਇਹ ਮਕਈ 10 ਦਿਨ ਲੇਟ ਲੱਗੀ ਹੈ, ਜਿੰਦਾ ਕੱਦ ਉਹਦੇ ਨਾਲੋਂ ਵੀ ਵਧਿਆ ਪਿਆ ਹੈ। ਉਹ ਜ਼ਮੀਨ ਉੱਚੀ ਹੈ, ਇਹ ਜ਼ਮੀਨ ਨੀਵੀਂ ਹੈ।
ਤਕਰੀਬਨ 1.5 ਫੁੱਟ ਦਾ ਜ਼ਮੀਨ ਦਾ ਫਰਕ ਹੈ, ਫਿਰ ਵੀ ਇਹਦਾ ਕੱਦ ਜਿਹੜਾ ਨਾ ਤਕਰੀਬਨ ਉਹਦੇ ਬਰਾਬਰ ਹੀ ਹੈ, ਥੋੜਾ ਜ਼ਿਆਦਾ ਹੀ ਹੈ। ਠੀਕ ਹੈ ਨਾ। ਹੁਣ ਮਸਲਾ ਇਹ ਆ ਕਿ ਇਹ ਇੱਕ ਅਣਜਾਣ ਜ਼ਿਮੀਂਦਾਰ ਹੈ, ਮੇਰਾ ਹਮਸਾਇਆ ਹੈ, ਇਹਨੂੰ ਨਹੀਂ ਪਤਾ ਕਿ ਕੱਦ ਵਧਾਇਆ ਛੱਲੀ ਦਾ ਦਾਣਾ ਨਹੀਂ ਵੱਧਦਾ, ਕੱਦ ਵਧਾਇਆ ਪੈਦਾਵਾਰ ਨਹੀਂ ਵੱਧਦੀ। ਅਸੀਂ ਕੱਦ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਸਾਡਾ ਕੱਦ ਫਸਲ ਦਾ 7 ਫੁੱਟ ਤੱਕ ਰਵੇ ਔਰ ਸਾਡੀ ਛੱਲੀ ਤੇ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਆਵੇ। ਇਹਦੇ ਵਿੱਚ ਅਸੀਂ ਚਾਰੇ ਤੇ ਧਿਆਨ ਕਰਨਾ, ਸਾਡਾ ਚਾਰਾ ਜ਼ਿਆਦਾ ਤੋਂ ਜ਼ਿਆਦਾ ਆਵੇ। ਹੁਣ ਚਾਰਾ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਕਰਨਾ ਹੈ, ਸਾਦਾ ਜਿਹਾ ਮੈਂ ਤੁਹਾਨੂੰ ਦੱਸਣਾ, ਬਹੁਤ ਲੰਬੀ ਤਰੀਕੇ ਨਾਲ ਜਾਵਾਂਗੇ ਤੇ ਫਿਰ ਉਹ ਜ਼ਿਆਦਾ ਜਿਹੜਾ ਨਾ ਡਿਸਕਸ਼ਨ ਲੰਬੀ ਵੀਡੀਓ ਬਣ ਜਾਂਦੀ ਹੈ। ਸਾਦਾ ਜੀ ਗੱਲ ਇਹ ਆ ਕਿ ਇਹਨੂੰ ਜਦੋਂ ਸਾਇਲੇ ਦੇ ਤੌਰ ਤੇ ਤੁਸੀਂ ਮਕਈ ਤਿਆਰ ਕਰਨੀ, ਉਹਨੂੰ ਅੱਧੀ ਬੋਰੀ DAP ਥੱਲੇ ਪਾਣੀ ਹੈ, ਜ਼ਮੀਨ ਅੱਛੇ ਤਰੀਕੇ ਨਾਲ ਤਿਆਰ ਕਰਨੀ ਹੈ, ਅੱਛਾ ਬੀਜ ਲੈਣਾ ਹੈ। ਠੀਕ ਹੈ। ਔਰ ਅਗਰ ਹੋ ਸਕੇ ਤੇ ਚਲੋ ਪੋਟਾਸ਼ ਵੀ ਥੋੜੀ ਬਹੁਤ ਪਾ ਦੇਣੀ, 10 12 15 ਕਿਲੋ ਵੀ ਵਾਧੂ ਹੈ। ਠੀਕ ਹੋ ਗਿਆ ਨਾ। ਹੁਣ ਅਗਲੀ ਚੀਜ਼ ਜਿਹੜੀ ਖਾਸ ਹੈ, ਜ਼ਿੰਕ ਦਾ ਇੱਕ ਬੈਗ ਲਾਜ਼ਮੀ, ਇੱਕ ਬੈਗ ਜਾਂ 2 ਬੈਗ ਤੁਸੀਂ ਜ਼ਮੀਨ ਦੇ ਵਿੱਚ ਜਿਹੜਾ ਨਾ ਉਹ ਛਟਾ ਕਰ ਦੇਣਾ ਹੈ। ਠੀਕ ਹੈ। ਉਸ ਤੋਂ ਇਲਾਵਾ ਵੀ ਅਸੀਂ ਇਹਨੂੰ ਜ਼ਿੰਕ ਇਸਤੇਮਾਲ ਕਰਨਾ। ਅਸੀਂ ਇਹਦੇ ਵਿੱਚ ਜ਼ਿੰਕ ਦੇ ਉੱਤੇ ਖਾਸ ਇhtiyat ਦੇਣੀ ਹੈ, ਯੂਰੀਆ ਦੇ ਉੱਤੇ ਖਾਸ ਇhtiyat ਦੇਣੀ ਹੈ, ਔਰ ਫਾਸਫੋਰਸ ਔਰ ਸਲਫਰ ਵਗੈਰਾ ਅਸੀਂ ਦਰਮਿਆਨੀ ਜੀ ਡੋਜ਼ ਦੇ ਵਿੱਚ ਬਸ ਇਹਨੂੰ ਚੁਸਕੀ ਲਵਾਉਣੀ ਹੈ। ਹੁਣ ਜਿਸ ਟਾਈਮ ਅਸੀਂ ਯੂਰੀਆ ਇਸਤੇਮਾਲ ਕਰਾਂਗੇ, ਜ਼ਿੰਕ ਇਸਤੇਮਾਲ ਕਰਨ ਦਾ ਕੀ ਫਾਇਦਾ ਹੋਵੇਗਾ? ਪਾਣੀ ਦਾ ਤਰੀਕਾ ਵੀ ਤੁਹਾਨੂੰ ਦੱਸਣਾ। ਜ਼ਿੰਕ ਇਸਤੇਮਾਲ ਕਰਨ ਦਾ ਫਾਇਦਾ ਇਹ ਹੋਵੇਗਾ ਕਿ ਫਸਲ ਦਾ ਜ਼ਿੰਕ ਦਾ ਬੇਸਿਕ ਫੰਕਸ਼ਨ ਹੁੰਦਾ ਹੈ ਜੜ ਦੀ ਗਰੋਥ, ਜੜ ਦਾ ਅੱਛਾ ਨੈਟਵਰਕ ਬਣਾ ਦੇਵੇ, ਔਰ ਜਿਹੜਾ ਨਾ ਇਹਦਾ ਪੌਦੇ ਦੀ ਜਿਹੜਾ ਸਰਕੂਲੇਸ਼ਨ ਸਿਸਟਮ ਹੈ, ਜਿਹੜਾ ਇਹਦੇ ਵਿੱਚ ਵਾਸਕੂਲਰ ਸਿਸਟਮ ਹੈ, ਉਹ ਪਾਣੀ ਨੂੰ ਤੇ ਖੁਰਾਕ ਦੀ ਤਰਸੀਲ ਦੇ ਵਿੱਚ ਮਦਦ ਕਰਦਾ ਹੈ। ਉਹਦੇ ਵਿੱਚ ਪੋਟਾਸ਼ ਔਰ ਜ਼ਿੰਕ ਬਹੁਤ ਜ਼ਿਆਦਾ ਮਈਦੀਆਂ ਹਾਮਲ ਹੁੰਦੀਆਂ ਨੇ। ਇਸ ਵਜ੍ਹਾ ਤੋਂ ਜ਼ਿੰਕ ਇਹਨੂੰ ਨਾ ਕਹਿ ਲਓ ਕਿ ਤੁਸੀਂ 1-1 ਲੀਟਰ ਜਾਂ ਅੱਧਾ ਲੀਟਰ ਤੁਸੀਂ ਕਹਿ ਲਓ ਕਿ ਹਰ ਕਿੱਲੇ ਨੂੰ ਫਲੱਡ ਕੀਤੀ ਰੱਖਣਾ। ਯਾਨੀ ਜ਼ਿੰਕ, ਯੂਰੀਆ ਤੇ ਪਾਣੀ ਇਹਦੀ ਖੁਰਾਕ ਹੈ। ਪਾਣੀ ਜ਼ਿਆਦਾ ਨਹੀਂ ਲਾਣਾ, ਪਾਣੀ ਇਹਨੂੰ ਜ਼ਿਆਦਾ ਨਹੀਂ ਲਾਣਾ, ਪਾਣੀ ਇਹਨੂੰ ਵੀ ਜ਼ਿਆਦਾ ਨਹੀਂ ਲਾਣਾ, ਲੇਕਿਨ ਬਾਰ-ਬਾਰ ਲਾਣਾ ਹੈ। ਠੀਕ ਹੈ ਨਾ। ਜਿਸ ਟਾਈਮ ਇਹ ਤਕਰੀਬਨ 1.5 ਫੁੱਟ ਦੀ ਹਾਈਟ ਤੋਂ ਪੌਦਾ ਨਿਕਲ ਜਾਵੇ ਇਸ ਤੋਂ ਬਾਅਦ ਤੁਸੀਂ ਇਹਨੂੰ ਪਾਣੀ ਥੋੜਾ ਹੀ ਲਾਣਾ ਹੈ, ਲੇਕਿਨ ਬਾਰ-ਬਾਰ ਲਾਈ ਜਾਣਾ ਹੈ। ਅਗਰ ਕੱਚੀ ਜ਼ਮੀਨ ਹੈ ਉਹਦੇ ਵਿੱਚ ਤੁਸੀਂ ਜਿਹੜਾ ਨਾ ਉਹ ਪਾਣੀ ਜਿਹੜਾ ਨਾ 4 ਦਿਨ ਤੇ ਰੱਖਣਾ ਹੈ। ਅਗਰ ਪੱਕੀ ਜ਼ਮੀਨ ਹੈ ਤੇ ਫਿਰ ਉਹਦੇ ਵਿੱਚ ਤੁਸੀਂ 5 ਤੋਂ 6 ਦਿਨ ਤੇ ਇਸ ਤੋਂ ਲੇਟ ਪਾਣੀ ਨਹੀਂ ਲੈ ਕੇ ਜਾਣਾ। ਲੇਕਿਨ ਜਿਸ ਟਾਈਮ ਪੌਦਾ ਸੰਭਲ ਜਾਵੇ, ਛਿਲੇ ਚੋਂ ਨਿਕਲ ਜਾਵੇ, ਜਿਹਨੂੰ ਦੇਸੀ ਲਫ਼ਜ਼ਾਂ 'ਚ ਕਹੀਦਾ, ਜਦੋਂ ਤੁਸੀਂ ਇਹਨੂੰ ਪਾਣੀ ਬਾਰ-ਬਾਰ ਲਾਓਗੇ ਨਾ, ਨਾਲ ਤੁਸੀਂ ਹਲਕਾ ਫੁਲਕਾ ਜ਼ਿੰਕ ਦਿੱਤੀ ਜਾਣਾ ਤੇ 1 ਬੈਗ ਯੂਰੀਆ ਦਾ ਦਿੱਤੀ ਜਾਣਾ। ਅਗਰ ਕੱਚੀ ਮਹਿਰਾ ਜ਼ਮੀਨ ਹੈ ਤੇ ਪੌਣਾ ਬੈਗ ਵੀ ਕਾਫੀ ਹੈ, ਦਿੱਤੀ ਜਾਓ। 6 ਪੈ ਜਾਣ 7 ਪੈ ਜਾਣ ਫਿਰ ਇਹ ਨਹੀਂ ਖਿਆਲ ਕਰਨਾ। ਠੀਕ ਹੋ ਗਿਆ। ਤੇ ਅਗਰ ਪੱਕੀ ਜ਼ਮੀਨ ਹੈ ਤੇ ਫਿਰ ਤੁਸੀਂ ਜਿਹੜਾ ਨਾ ਫਿਰ ਤੁਸੀਂ ਡੋਜ਼ ਜਿਹੜੀ ਨਾ ਪੂਰੇ ਬੈਗ ਤੇ ਕਰ ਦੇਣੀ, ਯਾਨੀ ਉਹਦੇ ਮੁਤਾਬਕ, ਤਾਂ ਕਿ ਸਾਡੀ ਖੁਰਾਕ 6 ਬੋਰੀ ਕਮ ਸੇ ਕਮ ਯੂਰੀਆ ਇਸਤੇਮਾਲ ਹੋ ਜਾਵੇ ਫਸਲ ਦੀ ਛੱਲੀ ਕੱਢਣ ਤੱਕ। ਤੇ ਕੱਚੀ ਜ਼ਮੀਨ ਹੈ ਤੇ ਉਹਦੇ ਵਿੱਚ 7 ਬੋਰੀ ਯੂਰੀਆ ਇਸਤੇਮਾਲ ਹੋ ਜਾਵੇ, ਜਿਹੜੀ ਸਾਇਲੇ ਦੇ ਵਿੱਚ ਅਸੀਂ ਕਾਸ਼ਤ ਕਰ ਰਹੇ ਹਾਂ। ਹੁਣ ਪਾਣੀ ਦਾ ਤਰੀਕਾ ਵੀ ਇਹਦੇ ਤੁਹਾਨੂੰ ਦੱਸ। ਪਾਣੀ ਦੀ ਸਿਰਫ ਜਦੋਂ 1.5 ਫੁੱਟ ਤੋਂ ਉੱਤੇ ਨਿਕਲ ਜਾ, ਉਸ ਤੋਂ ਬਾਅਦ ਤੁਹਾਡੀ ਜਿਹੜੀ ਨਾ ਪਾਣੀ ਸਿਰਫ ਘੱਟ ਲਾਣਾ ਹੈ, ਉੱਤੇ ਮੁੱਢਾਂ ਤੇ ਨਹੀਂ ਚੜਾਉਣਾ। ਸਿਰਫ 1 ਦਫਾ ਮੁੱਢਾਂ ਤੇ ਪਾਣੀ ਚੜਾਉਣਾ ਹੈ ਜਿਸ ਟਾਈਮ ਫਸਲ ਦੀ ਇਹ ਪੋਜੀਸ਼ਨ ਹੋਵੇ। ਇਸ ਟਾਈਮ ਮੁੱਢਾਂ ਤੇ 1 ਦਫਾ ਚੜਾ ਦੇਣਾ। ਇਹਦੇ ਵਿੱਚ ਹੈਲਪ ਹੁੰਦੀ ਹੈ ਕਿ ਪੌਦਾ ਜੜਾ ਜਿਹੜਾ ਹੁੰਦਾ ਨਾ, ਬਾਹਰਲਾ ਜੜਾ ਵੀ ਕੱਢ ਲੈਂਦਾ, ਫਿਰ ਪੌਦੇ ਦੇ ਡਿੱਗਣ ਦਾ ਖਦਸ਼ਾ ਘਟ ਜਾਂਦਾ। ਕਿਉਂਕਿ ਸਾਇਲੇ ਦੇ ਵਿੱਚ ਕੱਦ ਬਹੁਤ ਜ਼ਿਆਦਾ ਹੋ ਜਾਂਦਾ ਫਸਲ ਦਾ, ਤੇ ਫਿਰ ਉਹ ਡਿੱਗਣ ਦੇ ਖਦਸ਼ੇ ਨੂੰ ਰੋਕਣ ਲਈ ਵੀ ਬੜਾ ਇੱਕ ਅਹਿਮ ਸਵਾਲ ਹੁੰਦਾ ਹੈ। ਔਰ ਇਹ ਫਸਲ ਵੀ ਕੱਚੀ ਹੀ ਰਹਿ ਜਾਂਦੀ ਹੈ ਤੇ ਕੱਦ ਕੀਤੀ ਜਾਂਦੀ ਹੈ ਤੇ ਹਨੇਰੀ ਆਂਦੀ ਦੇ ਵਿੱਚ ਟੁੱਟਣ ਦਾ ਵੀ ਡਰ ਹੁੰਦਾ ਹੈ। ਇਹ ਖੈਰ ਅੱਲਾਹ ਤਾਲਾ ਦੀ ਜ਼ਾਤ ਦੇ ਹੱਥ 'ਚ ਫੈਸਲੇ ਨੇ, ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਨਾ ਕੁਝ ਹੱਲ ਹੈਗਾ। ਅਗਰ ਅਸੀਂ ਪੈਦਾਵਾਰ ਲੈਣੀ ਹੈ ਤੇ ਇਹ ਹੱਲ ਫਿਰ ਸਾਡੇ ਕੋਲ ਕੋਈ ਨਹੀਂ ਹੈਗਾ। ਹੁਣ ਪੋਟਾਸ਼ ਵੀ ਜਿਹੜੀ ਇੰਤਹਾਈ ਜ਼ਰੂਰੀ ਹੈ। ਪੋਟਾਸ਼ ਵੀ ਇਹਦੇ ਸਰਕੂਲੇਸ਼ਨ ਸਿਸਟਮ ਨੂੰ ਬਿਹਤਰ ਕਰਦੀ ਹੈ, ਲੇਕਿਨ ਸਾਨੂੰ ਇਹਦੇ 'ਚ ਬਹੁਤ ਜ਼ਿਆਦਾ ਦਾਣੇ ਦੀ ਜ਼ਰੂਰਤ। ਔਰ ਜਿੰਨੇ ਕੁ ਦਾਣੇ ਦੀ ਸਾਨੂੰ ਜ਼ਰੂਰਤ ਹੈ ਉਹ ਦਾਣਾ ਇਨਸ਼ਾਅੱਲਾ ਤਾਲਾ ਬਹੁਤ ਅੱਛਾ ਲੈਗੀ, ਪੂਰੀ ਛੱਲੀ ਲੈਗੀ, ਪੂਰੇ ਦਾਣੇ ਲੈਗੀ। ਠੀਕ ਹੋ ਗਿਆ। ਜ਼ਿੰਕ ਤੇ ਯੂਰੀਆ ਖਾਸ 3 ਚੀਜ਼ਾਂ ਨੇ। ਜ਼ਿੰਕ ਦਾ ਇਸਤੇਮਾਲ, ਯੂਰੀਆ ਦਾ ਇਸਤੇਮਾਲ, ਔਰ ਹਲਕਾ ਫੁਲਕਾ ਪੋਟਾਸ਼ ਦਾ ਇਸਤੇਮਾਲ, ਔਰ ਪਾਣੀ ਦਾ ਤਰੀਕਾਕਾਰ। ਇਹ ਜਿਸ ਟਾਈਮ ਤੁਹਾਡੀ ਮੱਕੀ 1 ਫੁੱਟ ਤੋਂ ਨਿਕਲ ਜਾਣੀ ਹੈ, ਤੁਸੀਂ ਇਹਨੂੰ ਪਾਣੀ ਥੋੜਾ ਲਾਣਾ ਹੈ, ਲੇਕਿਨ ਇਹਦਾ ਵੱਤਰ ਨਹੀਂ ਗੁਆਚਣ ਦੇਣਾ। ਵੱਤਰ ਨਹੀਂ ਗੁਆਚਣ ਦੇਣਾ, ਖੁਰਾਕ ਦੀ ਕਮੀ ਨਹੀਂ ਆਉਣ ਦੇਣੀ, ਖਾਸ ਤੌਰ ਤੇ ਯੂਰੀਆ ਦੀ। ਯਾਨੀ ਹਰ ਚੌਥੇ ਪੰਜਵੇਂ ਦਿਨ ਤੁਸੀਂ ਬੇਸ਼ੱਕ ਜ਼ਮੀਨ ਦੇ ਹਿਸਾਬ ਨਾਲ ਅੱਧਾ ਬੈਗ ਪਾਈ ਜੋ, ਲੇਕਿਨ ਪਾਈ ਜਾਣਾ, ਇਹਨੂੰ ਰੋਕਣਾ ਨਹੀਂ ਦਾ। ਜਿਸ ਟਾਈਮ ਤੁਹਾਡੀ ਛੱਲੀ ਜਿਹੜੀ ਹੈ ਨਾ ਤਕਰੀਬਨ ਸਾਲੇ ਦੇ ਕਰੀਬ ਹੋਏ, ਸਮਝ ਲਓ ਤੁਸੀਂ ਖਾਦ ਰੋਕਣੀ ਨਹੀਂ ਦੀ ਯਾਰ। ਯੂਰੀਆ ਤੁਸੀਂ ਖਾਦ ਪਾਈ ਜਾਣੀ, 6 ਪੈ ਜਾਵੇ 7 ਪੈ ਜਾਵੇ, ਨੋ ਟੈਨਸ਼ਨ। ਇਨਸ਼ਾਅੱਲਾ ਤਾਲਾ ਇਹ ਜਿਹੜੀ ਇਸ ਤਰੀਕੇ ਨਾਲ ਅਗਰ ਸਾਲੇ ਦੀ ਫਸਲ ਤਿਆਰ ਕਰੋਗੇ, ਇਨਸ਼ਾਅੱਲਾ ਤਾਲਾ 1000 ਮਨ ਜਿਹੜੀ ਨਾ ਫਸਲ ਤਿਆਰ ਹੋਵੇਗੀ। ਤੇ ਬਾਕੀ ਫਲਾਣਾ ਸਾਲੇ ਦਾ ਬੀਜ ਹੈ, ਫਲਾਣਾ ਸਾਲੇ ਦਾ ਬੀਜ ਹੈ, ਇਹ ਸਾਰੇ ਢੁੰਗ ਨੇ ਤੇ ਇਹ ਕੰਪਨੀਆਂ ਦੇ ਢੁੰਗ ਨੇ। ਸਿਰਫ ਜਿਹੜਾ ਬੀਜ ਉਸ ਮਨੇ ਪੈਦਾਵਾਰ ਨਹੀਂ ਦਿੰਦਾ, ਉਹ ਤੁੰਨਦੇ ਨੇ ਤੁਹਾਨੂੰ ਵੀ ਤੁਸੀਂ ਸਾਲੇ 'ਚ ਬੜਾ ਚੰਗਾ ਜੀ ਲਾ ਲਵੋ। ਗੱਲ ਕੋਈ ਵੀ ਨਹੀਂ ਹੈਗੀ। ਠੀਕ ਹੋ ਗਿਆ। ਅਸੀਂ ਵੇਖਣਾ ਇਹਦੇ 'ਚ ਇਹ ਹੁੰਦਾ ਹੈ ਕਿ ਸਾਨੂੰ ਅੱਛੇ ਦਾਣੇ ਵੀ ਮਿਲਣ ਤੇ ਅੱਛਾ ਚਾਰਾ ਵੀ ਮਿਲੇ, ਔਰ ਇਹ ਹਮੇਸ਼ਾ ਅੱਛੇ ਬੀਜ 'ਚ ਹੁੰਦਾ ਹੈ। ਆਮ ਲੋਕਲ ਜਿਹੜੇ ਲੱਗੇ ਫਿਰਦੇ ਨੱਥੂ ਖੈਰਾ ਇਹ ਬੀਜ ਦਿੰਦੇ ਨੇ, ਸਾਹੀਵਾਲ ਦੇ ਵਿੱਚ ਬਣਾ ਦਿੰਦੇ ਪਏ ਨੇ, ਲੇਕਿਨ ਉਹਦੀ ਛੱਲੀ ਹੁੰਦੀ ਏ ਆਮ ਮੱਕੀ ਦੀ ਛੱਲੀ ਨਾਲੋਂ ਅੱਧੇ ਸਾਈਜ਼ ਦੀ। ਉਹਦੇ 'ਚ ਦਾਣੇ ਦੀ ਜਿਹੜਾ ਹਿੱਸਾ ਹੁੰਦਾ ਨਾ ਉਹ ਘਟ ਜਾਂਦਾ ਤੇ ਚਾਰੇ ਦਾ ਹਿੱਸਾ ਵੱਧ ਜਾਂਦਾ। ਉਹ ਸਾਇਲੇਜ ਨਹੀਂ ਹੁੰਦਾ। ਉਹ ਸਾਇਲੇਜ ਤਾਂ ਹੁੰਦਾ ਹੈ, ਕੁਆਲਿਟੀ ਸਾਇਲੇਜ ਨਹੀਂ ਹੁੰਦਾ।
ਔਰ ਕੁਆਲਿਟੀ ਸਾਇਲੇਜ ਉਹ ਹੁੰਦਾ ਹੈ ਜਿੰਦੇ ਵਿੱਚ ਦਾਣੇ ਦੀ ਵੀ ਮੁਨਾਸਬ ਮਿਕਦਾਰ ਮੌਜੂਦ ਹੋਵੇ ਔਰ ਚਾਰੇ ਦੀ ਵੀ ਬਿਹਤਰੀਨ ਮਿਕਦਾਰ ਮੌਜੂਦ ਹੋਵੇ। ਤੇ ਇਨਸ਼ਾਅੱਲਾ ਤਾਲਾ ਇਹਦੇ ਤੇ ਅਮਲ ਕਰੋ। ਇਸ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਸਾਇਲੇ ਦੇ ਮੁਤਲਕਾ ਤੁਹਾਡਾ ਸਵਾਲ ਕੋਈ ਨਹੀਂ ਬਚੇਗਾ। ਜੇ ਕੋਈ ਬਚੇ ਤੇ ਨੰਬਰ ਉੱਤੇ ਮੌਜੂਦ ਹੋਵੇਗਾ, ਤੁਸੀਂ ਰਾਬਤਾ ਕਰ ਸਕਦੇ ਜੇ। ਤੇ ਇਹਦੇ ਨਾਲ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਬਹੁਤ ਜ਼ਿੰਦਾਬਾਦ।